ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ, ਤੁਸੀਂ ਵੇਖ ਰਹੇ ਹੋ ਪੰਜਾਬ ਬੁੱਕ ਪੀਬੀ ਨਿਊਜ਼। ਨਿਰਪੱਖ ਸੋਚ, ਨਿਰਪੱਖ ਵਿਚਾਰ। ਬਰਾਬਰਤਾ ਤੇ ਆਜ਼ਾਦੀ ਦਾ ਹੱਕ ਜਨਮ ਤੋਂ ਹੀ ਹਰ ਇਨਸਾਨ ਨੂੰ। ਗੱਲ ਕਿਉਂ ਕਰ ਰਹੇ ਜੀ? 10 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਵਿੱਚ ਮਾਨਵ ਅਧਿਕਾਰ ਦਿਵਸ ਦੇ ਤੌਰ ਤੇ ਡਾਕੂਮੈਂਟਡ ਕੀਤਾ ਗਿਆ ਔਰ ਉਸ ਤੋਂ ਬਾਅਦ 10 ਦਸੰਬਰ ਹਰ ਸਾਲ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰ ਥੀਮ ਜੋ ਇਸ ਵਾਰ UNO ਦੇ ਵਿੱਚ ਹੈ ਉਹ ਇਕੁਐਲਿਟੀ ਦਾ ਹੈ, ਬਰਾਬਰਤਾ ਦਾ ਹੈ ਤੇ ਨਾ ਬਰਾਬਰਤਾ ਨੂੰ ਖਤਮ ਕਰਨ ਦਾ। ਪਰ ਅਸੀਂ ਕਿੱਥੇ ਖੜੇ ਹਾਂ ਜੀ? ਜੇ ਗੱਲ ਕਰੀਏ ਯੂਰਪ ਦੀ, ਵਿਕਾਸਸ਼ੀਲ ਦੇਸ਼, ਵਿਕਸਿਤ ਸਮਾਜ, ਮਾਨਸਿਕ ਤੌਰ ਤੇ ਵਿਕਸਿਤ ਸਮਾਜ, ਉਹਨਾਂ ਨੂੰ 50 ਸਾਲਾਂ ਦੇ ਵਿੱਚ ਮਾਨਵ ਅਧਿਕਾਰਾਂ ਦੇ ਵਿੱਚ ਜੋ ਅਵੇਅਰਨੈਸ ਤੇ ਜੋ ਤਰੱਕੀ ਤੇ ਜੋ ਉਹਦੀ ਇੰਪਲੀਮੈਂਟੇਸ਼ਨ ਕੀਤੀ, ਅਸੀਂ ਉਹਦੇ ਮੁਕਾਬਲੇ ਕਿੱਥੇ ਖੜੇ ਹਾਂ ਇਹ ਵੇਖਣਾ ਜ਼ਰੂਰੀ ਹੈ। ਹਾਲਾਂਕਿ ਯੂਰਪੀਅਨਸ ਕਈ ਦੇਸ਼ਾਂ ਦੇ ਵਿੱਚ 1957 ਤੋਂ ਬਾਅਦ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ, ਪਰ ਬੜੇ ਥੋੜ੍ਹੇ ਟਾਈਮ ਦੇ ਵਿੱਚ ਉਹਨਾਂ ਮਾਨਵ ਅਧਿਕਾਰਾਂ ਦੇ ਉੱਤੇ ਚੰਗਾ ਕੰਮ ਕੀਤਾ। ਉੱਥੋਂ ਦੀਆਂ ਸਟੇਟਸ ਨੇ ਇਹਨੂੰ ਇੰਪਲੀਮੈਂਟ ਕਰਵਾਇਆ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਅਸ਼ੋਰ ਕੀਤੀ। ਪਰ ਸਾਡੀਆਂ ਸਰਕਾਰਾਂ, ਸਾਡਾ ਦੇਸ਼ ਤੇ ਸਾਡਾ ਖਿੱਤਾ, ਖਾਸ ਕਰਕੇ ਸਾਡੇ ਖਿੱਤੇ ਦੀ ਮੈਂ ਗੱਲ ਕਰਦਾ ਵਾਂ, ਲੋਕਾਂ ਨੇ ਤੇ 1948 ਤੋਂ ਬਾਅਦ ਵਿਕਸਿਤ ਸਮਾਜਾਂ ਨੇ ਸੋਚਿਆ ਮਾਨਵ ਅਧਿਕਾਰਾਂ ਬਾਰੇ। ਸਾਨੂੰ ਤੇ ਨਾਨਕ ਪਾਤਸ਼ਾਹ 500-600 ਸਾਲ ਪਹਿਲਾਂ ਦੱਸ ਗਏ ਸੀ ਮਾਨਵ ਅਧਿਕਾਰਾਂ ਬਾਰੇ। ਸਾਡੇ ਖਿੱਤੇ ਦੇ ਵਿੱਚ ਕੀ ਹੋ ਰਿਹਾ ਹੈ? ਜੇ ਕੋਈ ਆਪਣੀ ਨੌਕਰੀ ਲਈ, ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਸਾਹਿਬ ਦੀ ਰੈਲੀ 'ਚ ਆ ਕੇ ਆਵਾਜ਼ ਉਠਾਉਂਦਾ ਹੈ, ਬੈਨਰ ਵਿਖਾਉਂਦਾ ਹੈ, ਤੇ ਪੁਲਿਸ ਪ੍ਰਸ਼ਾਸਨ ਜੋ ਲੋਕਾਂ ਦੇ ਹੀ ਟੈਕਸ ਤੋਂ ਦਿੱਤੀਆਂ ਹੋਈਆਂ ਤਨਖਾਹਾਂ ਦੇ ਨਾਲ ਕੰਮ ਕਰਦਾ ਹੈ, ਉਹ ਉਹਨਾਂ 'ਤੇ ਤਸ਼ੱਦਦ ਢਾਉਂਦਾ ਹੈ, ਇਹ ਮਨੁੱਖੀ ਅਧਿਕਾਰ ਹੈ? ਇਤਰਾਜ਼ ਦੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਕੱਲ੍ਹ ਵੀਡੀਓ ਸਾਹਮਣੇ ਆਈਆਂ ਮਾਨਸਾ ਦੀ ਰੈਲੀ ਦੇ ਵਿੱਚੋਂ, ਔਰ ਇੱਕ ਪੁਲਿਸ ਵਾਲੇ ਵੱਲੋਂ ਜਿਸ ਤਰ੍ਹਾਂ ਬਾਰਬਰਤਾ ਕਰਕੇ ਤਸ਼ੱਦਦ ਦੇ ਨਾਲ ਉਹਨਾਂ ਨੌਜਵਾਨਾਂ 'ਤੇ ਕੀ ਮੰਗ ਰਹੇ ਸੀ? ਉਹ ਤੁਹਾਡੇ ਤੋਂ ਤੁਹਾਡੀਆਂ ਜਾਇਦਾਦਾਂ ਮੰਗ ਰਹੇ ਸੀ ਜਾਂ ਕੁਛ ਮੰਗ ਰਹੇ ਸੀ? ਆਪਣਾ ਹੱਕ ਮੰਗ ਰਹੇ ਸੀ, ਰੁਜ਼ਗਾਰ ਮੰਗ ਰਹੇ ਸੀ, ਔਰ ਉਹਦੇ ਬਦਲੇ ਤੁਸੀਂ ਉਹਨਾਂ ਨੂੰ ਡਾਂਗਾ ਮਾਰੀਆਂ। ਮਨੁੱਖੀ ਅਧਿਕਾਰਾਂ 'ਤੇ ਗੱਲ ਕਰਦੇ ਜੀ, ਦੇਸ਼ ਦੇ ਵਿੱਚ ਵੀ ਇਹੀ ਕੁਝ ਚੱਲ ਰਿਹਾ ਹੈ। ਜੋ ਸੱਤਾ ਦੇ ਵਿੱਚ ਹੁੰਦਾ ਹੈ ਉਹ ਜੋ ਚਾਹੁੰਦਾ ਹੈ ਉਸ ਹਿਸਾਬ ਨਾਲ ਉਹੀ ਚੀਜ਼ ਸਾਰਿਆਂ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਗੁਜਰਾਤ ਦੇ ਹਾਈ ਕੋਰਟ ਦੇ ਵਿੱਚ ਇੱਕ ਤਾਜ਼ਾ ਉਦਾਹਰਨ ਸਾਹਮਣੇ ਆਈ ਹੈ। 4 ਕਾਰਪੋਰੇਸ਼ਨਾਂ ਗੁਜਰਾਤ ਦੀਆਂ, 4 ਜ਼ਿਲ੍ਹਿਆਂ ਦੀਆਂ, ਨੌਨ ਵੈਜ ਜਿਹੜਾ ਰੇਹੜੀਆਂ 'ਤੇ ਵਿਕਦਾ ਸੀ, ਉਬਲੇ ਆਂਡੇ ਵਗੈਰਾ, ਉਹਨਾਂ ਨੂੰ ਹਟਾ ਦਿੱਤਾ ਗਿਆ ਰੋਡਾਂ ਦੇ ਉੱਤੋਂ, ਰੋਜ਼ੀ ਰੋਟੀ ਤੋਂ। ਉਹ ਹਾਈ ਕੋਰਟ 'ਚ ਗਏ ਔਰ ਹਾਈ ਕੋਰਟਸ ਨੇ ਜੋ ਉਹਦੇ 'ਤੇ ਰਿਮਾਰਕਸ ਦਿੱਤੇ, ਲੱਗਦਾ ਕਿ ਮਾਨਵ ਅਧਿਕਾਰਾਂ ਦੀ ਰਾਖੀ ਦੇ ਲਈ ਉਹ ਜ਼ਰੂਰੀ ਹੈਗਾ ਸੀ। ਹਾਈ ਕੋਰਟ ਨੇ ਉਹਨਾਂ ਕਾਰਪੋਰੇਸ਼ਨਾਂ ਨੂੰ ਕਿਹਾ ਕਿ ਜਿਹੜਾ ਸੱਤਾ 'ਚ ਹੈ ਜੇ ਉਹ ਵੈਜੀਟੇਰੀਅਨ ਹੈ ਅਤੇ ਤੁਸੀਂ ਜ਼ਬਰਦਸਤੀ ਸਾਰਿਆਂ ਨੂੰ ਵੈਜੀਟੇਰੀਅਨ ਬਣਾਓਗੇ, ਨੌਨ ਵੈਜ ਨਹੀਂ ਖਾਣ ਦਿਓਗੇ। ਔਰ ਤਰਾਸਦੀ ਇਹ ਕਿ ਇੰਡੀਆ ਦੇ ਵਿੱਚ ਬੱਚਿਆਂ ਦੇ ਵਿੱਚ ਮਾਈਕਰੋ ਨਿਊਟਰੀਐਂਟ ਡੈਫੀਸ਼ੈਂਸੀ ਹੈ, ਉਹਦੇ ਲਈ ਅੰਡੇ ਖਾਣਾ ਜੋ ਜ਼ਰੂਰੀ ਹੈ। ਤਾਂ ਹੀ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ ਦੀ ਐਡ ਆਉਂਦੀ ਹੈ। ਕਹਿਣ ਦਾ ਮਤਲਬ ਇਹੀ ਹੈ ਕਿ ਮਾਨਵ ਅਧਿਕਾਰਾਂ ਦਾ ਮਤਲਬ ਹੁੰਦਾ ਹੈ ਕਿ ਜਨਮ ਤੋਂ ਹੀ ਉਹਨੂੰ ਬਰਾਬਰਤਾ, ਆਜ਼ਾਦੀ, ਚੰਗਾ ਰੁਜ਼ਗਾਰ, ਰੋਜੀ ਰੋਟੀ, ਛੱਤ, ਇਹ ਸਾਰੇ ਮਾਨਵ ਅਧਿਕਾਰਾਂ 'ਚ ਆਉਂਦੇ ਆ। ਔਰ ਕਿਸਾਨ ਅੰਦੋਲਨ ਨੇ ਵੱਡੀ ਭੂਮਿਕਾ ਨਿਭਾਈ ਹੈ ਮਾਨਵ ਅਧਿਕਾਰਾਂ ਦੀ ਰਾਖੀ ਦੇ ਲਈ, ਸੰਘਰਸ਼ ਕਰਕੇ ਸਰਕਾਰ ਨੂੰ ਜੋ ਝੁਕਾਇਆ ਹੈ। ਪਰ ਸਾਨੂੰ ਸਮਾਜ ਦੇ ਤੌਰ 'ਤੇ ਵੀ ਵੇਖਣਾ ਪਏਗਾ, ਕਈ ਵਾਰੀ ਅਸੀਂ ਵੀ ਦੂਜੇ ਦੇ ਅਧਿਕਾਰਾਂ ਦਾ ਹਨਨ ਕਰਦੇ ਹਾਂ। ਕਾਰ ਵਾਲਾ ਹੁੰਦਾ, ਉਹ ਆਂਦਾ ਬਾਈਕ 'ਤੇ ਕਿਉਂ ਲੰਘ ਜੇ ਕੋਈ ਮੇਰੇ ਨਾਲੋਂ, ਉਹਨੂੰ ਲੰਘਣ ਨਹੀਂ ਦਿੰਦਾ, ਰੋਡ ਸ਼ੇਅਰਿੰਗ ਨਹੀਂ ਕਰਦੇ। ਮਾਨਵ ਅਧਿਕਾਰਾਂ ਦੀ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਸੋਚਣਾ ਚਾਹੀਦਾ, ਹਰ ਕਿਸੇ ਦੇ ਆਪਣੇ ਅਧਿਕਾਰ ਨੇ, ਹਰ ਕੋਈ ਆਪਣੇ ਧਰਮ ਨੂੰ ਮੰਨ ਸਕਦਾ, ਹਰ ਕੋਈ ਆਪਣੀ ਸ਼ਰਧਾ ਰੱਖ ਸਕਦਾ, ਆਪਣਾ ਪਹਿਰਾਵਾ ਪਹਿਨ ਸਕਦਾ, ਖਾਣ ਪੀਣ ਦਾ ਢੰਗ ਉਹਦਾ ਆਪਣਾ ਹੋ ਸਕਦਾ, ਉਹਦੇ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਰ ਇੱਕ ਨੂੰ ਬੋਲਣ ਦਾ ਹੱਕ ਹੈਗਾ, ਆਪਣੇ ਵਿਚਾਰ ਰੱਖਣ ਦਾ ਹੱਕ ਹੈਗਾ। ਸਮਾਜ ਦੇ ਤੌਰ 'ਤੇ ਸਾਨੂੰ 10 ਪਾਤਸ਼ਾਹੀਆਂ ਨੇ 600 ਸਾਲ ਪਹਿਲਾਂ ਸਿਖਾਤਾ ਸੀ, ਪਰ ਕਿਤੇ ਨਾ ਕਿਤੇ ਧਾਰਮਿਕ ਸ਼੍ਰੇਣੀ ਫਿਰ ਸਾਨੂੰ ਉਸੇ ਰੂੜੀਵਾਦੀ ਸਮਾਜ ਵੱਲ ਹੀ ਲੈ ਚੱਲੀ ਹੈ ਜਿੱਥੋਂ ਉਹਨਾਂ ਸਾਨੂੰ ਕੱਢਿਆ ਸੀ। ਪਰ ਸਾਨੂੰ ਸੋਚਣਾ ਪਏਗਾ, ਜਾਗਣਾ ਪਏਗਾ ਔਰ ਮਨੁੱਖੀ ਅਧਿਕਾਰਾਂ ਦੀ ABC ਤੋਂ ਸ਼ੁਰੂ ਕਰਨਾ ਪਏਗਾ। ਸਾਨੂੰ ਜ਼ਰੂਰੀ ਹੈ ਸਮਾਜ ਦੇ ਤੌਰ 'ਤੇ ਵੀ ਔਰ ਸਿਆਸਤਦਾਨਾਂ ਨੂੰ ਵੀ ਉਹਦੇ ਲਈ ਮਜਬੂਰ ਕਰਨਾ ਪਏਗਾ ਤਾਂ ਕਿ ਲੋਕਾਂ ਦੇ ਹਿਊਮਨ ਰਾਈਟਸ ਦੀ ਰੱਖਿਆ ਹੋ ਸਕੇ। ਹੁਣ ਗੱਲ ਕਰਦੇ ਜੀ, ਆ ਜਾਂਦੇ ਸਿਆਸਤ ਦੇ ਵਿੱਚ। ਚੰਨੀ ਸਾਹਿਬ ਕਹਿੰਦੇ 36,000 ਤੋਂ ਵੱਧ ਨੌਕਰੀਆਂ ਦੇਤੀਆਂ, ਪਰ ਹਰ
ਤਬਕਾ ਹਰ ਡਿਪਾਰਟਮੈਂਟ ਰੋਡਾਂ ਦੇ ਉੱਤੇ ਨੇ ਆਪਣੀਆਂ ਮੰਗਾਂ ਦੇ ਲਈ, ਆਪਣੀਆਂ ਹੱਕਾਂ ਦੇ ਲਈ। ਕੀ ਕਾਰਨ ਨੇ ਫਿਰ ਇੰਨੇ ਧਰਨੇ ਕਿਉਂ ਲੱਗ ਰਹੇ ਨੇ? ਜਾਂ ਤੇ ਲੋਕਾਂ 'ਚ ਅਵਿਸ਼ਵਾਸ ਹੈ ਕਿ ਤੁਸੀਂ 5 ਸਾਲ ਕੁਝ ਕਰਨਾ ਨਹੀਂ ਆ, ਹੁਣ ਜਾਂਦੀ ਸਰਕਾਰ ਤੋਂ ਜੋ ਕਰਵਾ ਸਕਦੇ ਹੋ ਉਹ ਕਰਵਾ ਲਈਏ। ਵੱਡੀ ਗੱਲ ਜੀ, ਕੱਲ੍ਹ ਮਜੀਠੀਆ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਤੇ ਵੱਡੇ ਇਲਜ਼ਾਮ ਲਾਏ ਕਿ ਐਸਐਸਪੀ ਦੀਆਂ ਬਦਲੀਆਂ ਲਈ ਪੈਸੇ ਲਏ ਜਾਂਦੇ। ਬੇਸਿਕਲੀ ਇਹ ਕੋਈ ਉਹਨਾਂ ਨੂੰ ਖਬਰ ਕਿਸੇ ਸੂਤਰ ਸੋਰਸ ਜਾਂ ਕਿਸੇ ਅਫਸਰ ਨੇ ਨਹੀਂ ਦਿੱਤੀ ਹੈਗੀ। ਇਹ ਕੈਬਨਿਟ ਦੇ ਵਿੱਚ ਹੀ ਬਹੁਤ ਵੱਡਾ ਰੌਲਾ ਪਿਆ ਜੀ। ਪਿਛਲੇ ਦਿਨੀ ਕੈਬਨਿਟ ਹੋਈ, ਸੁਖਜਿੰਦਰ ਰੰਧਾਵਾ ਦੇ ਉੱਤੇ ਇਹ ਆਰੋਪ ਜੋ ਕਿ ਉਹਨਾਂ ਦੇ ਕੈਬਨਿਟ ਮੰਤਰੀ ਸਾਥੀ ਮੰਤਰੀ ਗੁਰਜੀਤ ਰਾਣਾ ਵੱਲੋਂ ਲਾਏ ਗਏ, ਇਹ ਕੈਬਨਿਟ ਦੇ ਵਿੱਚ ਹੀ ਰੌਲਾ ਪਿਆ, ਹੱਥੋਂ ਪਾਈ ਹੋਣ ਤੱਕ ਦੀ ਨੌਬਤ ਆਈ। ਫਿਰ ਅਰੁਣਾ ਚੌਧਰੀ ਨੇ ਵਿੱਚ ਪੈ ਕੇ ਬਚਾਅ ਕੀਤਾ। ਤੇ ਇਹ ਕੋਈ ਖਬਰ ਨਵੀਂ ਨਹੀਂ ਆ। ਬਦਲੀਆਂ ਕਿਉਂ, ਬਦਲੀਆਂ ਲਈ ਪੈਸੇ ਦਿੰਦੇ ਨੇ ਅਫਸਰ, ਉਹਨਾਂ ਦੀ ਵੀ ਗਲਤੀ ਹੈ। ਅਫਸਰ ਬਦਲੀਆਂ ਲਈ ਪੈਸੇ ਦਿੰਦੇ, ਇਹਦਾ ਮਤਲਬ ਉਹ ਪੈਸੇ ਕਿਤੋਂ ਕੱਢੇ ਜਾਣਗੇ, ਉਹ ਪੈਸੇ ਕਿਤੋਂ ਬਣਾਏ ਜਾਣਗੇ ਜੇ ਦਿੱਤੇ ਜਾ ਰਹੇ ਬਦਲੀਆਂ ਵਾਸਤੇ। ਇਹ ਮੁੱਦਾ ਬੜਾ ਜ਼ਰੂਰੀ ਹੈ ਜੀ। ਅੱਜ ਇੰਨੀ ਹੀ ਗੱਲ ਕਰਾਂਗੇ। ਸਾਰੀਆਂ ਪਾਰਟੀਆਂ ਵੱਖਰੇ ਵੱਖਰੇ ਗੱਲ ਕਰ ਰਹੀਆਂ। ਅਗਲੀ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਆਮ ਆਦਮੀ ਪਾਰਟੀ ਬਾਰੇ ਗੱਲ ਕਰਾਂਗੇ। ਅਲਕਾ ਲਾਂਬਾ ਜੀ ਨੇ ਉਹਨਾਂ ਨੂੰ ਚੈਲੰਜ ਦੇ ਦਿੱਤਾ ਹੈ। ਉੱਥੋਂ ਸਾਡੇ ਸ਼ਹਿਰ ਦੇ ਮੰਤਰੀ OP ਸੋਨੀ ਜੀ ਨੇ ਵੀ ਹੈਲਥ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਖੁੱਲ੍ਹੀ ਡਿਬੇਟ ਕਰਨ ਦਾ ਚੈਲੰਜ ਦੇ ਦਿੱਤਾ ਹੈ। ਇੱਕ ਦੂਜੇ ਨੂੰ ਚੈਲੰਜ ਹੀ ਦਿੰਦੇ ਆ, ਕੁਛ ਕਰਦੇ ਆ ਕਿ ਨਹੀਂ ਕਰਦੇ, ਆਉਣ ਵਾਲਾ ਸਮਾਂ ਦੱਸੇਗਾ। ਧੰਨਵਾਦ, ਜਿਉਂਦੇ ਵਸਦੇ ਰਹੋ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ।